ਧੰਨ ਵਾਹਿਗੁਰੂ ਜੀਓ। ਆਸਾ ਮਨ ਮੇਰੋ ਗਜ, ਜਿਹਬਾ ਮੇਰੀ ਕਾਤੀ। ਮਾਪ ਮਾਪ ਕਾਟੋਂ ਜਮ ਕੀ ਫਾਸੀ। ਕਹਾ ਕਰੋਂ ਜਾਤੀ, ਕਹਾਂ ਕਰੋਂ ਪਾਤੀ। ਰਾਮ ਕੋ ਨਾਮ ਜਪੋਂ ਦਿਨ ਰਾਤੀ। ਰਹਾਉ ਰਾਂਗਨ ਰਾਂਗੋਂ ਸੀਵਨ ਸੀਵੋਂ। ਰਾਮ ਨਾਮ ਬਿਨ ਘਰੀ ਨਾ ਜੀਵੋਂ। ਭਗਤ ਕਰੋਂ ਹਰ ਕੇ ਗੁਣ ਗਾਵੋਂ। ਆਠ ਪਹਿਰ ਆਪਣਾ ਖਸਮ ਧਿਆਵੋਂ। ਸੋਏ ਨੇ ਕੀ ਸੂਈ ਰੁਪਏ ਕਾ ਧਾਗਾ। ਨਾਮੇ ਕਾ ਚਿਤ ਹਰ ਸੋ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੇ ਸਤਿਕਾਰ ਅਦਬ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਭਗਤ ਨਾਮਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 485 ਉੱਪਰ ਆਸਾ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਬੜੇ ਪਿਆਰੇ ਬੋਲ ਇਸ ਪਾਵਨ ਸ਼ਬਦ ਵਿੱਚ ਉਦਾਹਰਨਾਂ ਵਰਤਦਿਆਂ ਹੋਇਆਂ ਭਗਤ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਹਨ। ਕਹ ਕਰੋਂ ਜਾਤੀ, ਕਹ ਕਰੋਂ ਪਾਤੀ। ਰਾਮ ਕੋ ਨਾਮ ਜਪੋਂ ਦਿਨ ਰਾਤੀ। ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦਿਆਂ ਗੁਰੂ ਸਾਹਿਬ ਜੀ ਦੀ ਸਮਗਰ ਸਮੁੱਚੀ ਬਾਣੀ ਦੇ ਵਿੱਚ ਜਿਸ ਨੂੰ ਅਸੀਂ ਆਖਦੇ ਹਾਂ ਏਕਤਾ, ਸਾਂਝੀਵਾਲਤਾ, ਕਿ ਸੰਸਾਰ ਦਾ ਹਰ ਪ੍ਰਾਣੀ ਮਾਤਰ ਬਰਾਬਰ ਹੈ। ਕਿਸ ਕਰਕੇ ਬਰਾਬਰ ਹੈ? ਆਪਣੀ ਹੋਂਦ ਕਰਕੇ। ਕਰਮ ਕਰਕੇ ਇਨਸਾਨ ਅਮਲਾਂ ਕਰਕੇ ਵੱਡਾ ਛੋਟਾ ਹੋ ਸਕਦਾ ਹੈ। ਕੋਈ ਗਲਤ ਅਮਲ ਕਮਾਉਂਦਾ ਹੈ, ਮੰਦੇ ਅਮਲ ਕਰਦਾ ਹੈ, ਭੈੜਾ ਵਿਵਹਾਰ ਕਰਦਾ ਹੈ, ਔਗਣਿਆਰਾ ਹੈ। ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਮਨੁੱਖ ਨੂੰ ਮਨੁੱਖ ਹੋਣ ਕਰਕੇ ਦੁਰਕਾਰਿਆ ਨਹੀਂ ਜਾ ਸਕਦਾ ਔਰ ਇਸ ਚੀਜ਼ ਵਿੱਚ ਵੰਡੀ ਨਹੀਂ ਪਾਈ ਜਾ ਸਕਦੀ ਕਿ ਇਹ ਮਨੁੱਖ ਮੇਰੇ ਵਰਗਾ ਮਨੁੱਖ ਨਹੀਂ ਹੈ। ਐਸਾ ਸੋਚਣਾ ਤੇ ਐਸਾ ਵਿਹਾਰ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਨੁਕੂਲ ਜਿਹੜਾ ਹੈ ਉਹ ਬਿਲਕੁਲ ਵੀ ਨਾ ਤਾਂ ਸਹੀ ਮੰਨਿਆ ਗਿਆ ਤੇ ਨਾ ਹੀ ਇਸ ਚੀਜ਼ ਨੂੰ ਪ੍ਰਵਾਨ ਕੀਤਾ ਗਿਆ। ਤੋ ਦੋ ਸ਼ਬਦ ਵਰਤੇ ਨੇ ਭਗਤ ਨਾਮਦੇਵ ਸਾਹਿਬ ਨੇ ਰਹਾਉ ਦੇ ਬੰਦ ਵਿੱਚ। ਕਹਾਂ ਕਰੋਂ ਜਾਤੀ। ਜਾਤ ਤੋਂ ਭਾਵ ਆਪਾਂ ਜਿਸ ਨੂੰ ਕਾਸਟ ਕਹਿੰਦੇ ਹਾਂ, ਬਿਰਾਦਰੀ ਕਹਿੰਦੇ ਹਾਂ। ਇੱਕ ਦਰਜਾ ਜਨਮ ਸਿੱਧ ਤੈਅ ਹੋ ਗਿਆ, ਬਾਅਦ ਵਿੱਚ ਨਹੀਂ, ਜਨਮ ਸਿੱਧ ਪੈਦਾਇਸ਼ੀ ਤੌਰ ਦੇ ਉੱਤੇ ਸਿੱਧ ਕਰ ਦਿੱਤਾ ਗਿਆ ਕਿ ਇਹਦਾ ਦਰਜਾ ਕੀ ਹੋਏਗਾ ਸਮਾਜ ਵਿੱਚ। ਜਿਵੇਂ ਮੈਂ ਕੱਲ੍ਹ ਦੇ ਦੀਵਾਨ ਵਿੱਚ ਇਹ ਗੱਲ ਸਾਂਝੀ ਕੀਤੀ ਸੀ, ਭਾਰਤੀ ਪਰੰਪਰਾ ਦੇ ਵਿੱਚ
ਜੋ ਉੱਥੋਂ ਦਾ ਸਮਾਜ ਹੈ, ਜੋ ਉੱਥੋਂ ਦੀ ਵਰਣ ਅਵਸਥਾ ਹੈ, ਜੋ ਸਦੀਆਂ ਤੋਂ, ਕਿਉਂਕਿ ਦੋ ਚੀਜ਼ਾਂ ਪੈਰਾਲਲ ਬਰਾਬਰ ਚੱਲਦੀਆਂ ਨੇ। ਇੱਕ ਤਾਂ ਹੈ ਜੋ ਸਮਾਜ ਨੇ ਜੋ ਸਿਰਜਿਆ ਹੈ, ਜੋ ਬਣਾਇਆ ਹੈ, ਤੇ ਜੋ ਕੁਝ ਬਣਾਇਆ ਹੈ ਉਸ ਨੂੰ ਕੁਝ ਗ੍ਰੰਥਾਂ ਨੇ ਪੱਕਿਆਂ ਕੀਤਾ ਹੈ, ਤੇ ਦੋਵੇਂ ਇੱਕ ਦੂਜੇ ਦੀ ਸਪੋਰਟ ਨਾਲ ਸਫ਼ਰ ਕਰਦੇ ਆ ਰਹੇ ਨੇ ਸਦੀਆਂ ਤੋਂ। ਗ੍ਰੰਥਾਂ ਵਿੱਚ ਉਹ ਲੇਖ ਆਏ, ਕਿਤਾਬਾਂ ਵਿੱਚ ਉਹ ਲੇਖ ਆਏ, ਜ਼ਿਕਰ ਆਏ, ਕਥਾ ਕਹਾਣੀਆਂ ਸਾਰਾ ਕੁਝ ਦਰਜ ਹੋਇਆ। ਇਹ ਵਰਣ ਹੈ, ਇਹ ਜਾਤ ਹੈ, ਇਹ ਬਿਰਾਦਰੀ ਹੈ, ਇਹ ਗੋਤਰ ਹਨ, ਕੌਣ ਉੱਚਾ ਹੈ, ਕੌਣ ਨੀਵਾ ਹੈ, ਕਿਹਦਾ ਕੀ ਹੱਕ ਹੈ, ਕਿਹਦਾ ਕੀ ਹੱਕ ਨਹੀਂ ਹੈ, ਉਹ ਸਾਰਾ ਕੁਝ ਬਹੁਤ ਲੰਬੇ ਚੌੜੇ ਵਿਖਿਆਨ ਨੇ। ਇਹਦੇ ਨਾਲ ਕਿਤਾਬਾਂ ਤੇ ਗ੍ਰੰਥ ਭਰੇ ਪਏ। ਤੇ ਦੂਜਾ ਸੀ ਸਮਾਜਿਕ ਦਰਜਾਬੰਦੀ। ਉਹ ਦਰਜੇ ਜਦੋਂ ਪੈਦਾ ਹੋ ਗਏ ਤੇ ਭੇਦਭਾਵ ਵੀ ਸ਼ੁਰੂ ਹੋਣਾ ਸੀ, ਛੂਆ-ਛਾਤ ਵੀ ਸ਼ੁਰੂ ਹੋਈ, ਨਫ਼ਰਤ ਵੀ ਆਉਣੀ ਸੀ, ਈਰਖਾ ਦਵੈਸ਼ ਵੀ ਉਪਜਣਾ ਸੀ, ਇੱਕ ਦੂਜੇ ਨੂੰ ਦਬਾਉਣ ਦਾ ਕਾਰਜ ਵੀ ਆਰੰਭ ਹੋਣਾ ਸੀ। ਤੇ ਸਭ ਤੋਂ ਵੱਧ ਉਹ ਦਬਾਏਗਾ ਜਿਹਦੇ ਕੋਲ ਤਾਕਤ ਹੈ, ਜਿਹਦੇ ਕੋਲ ਪਾਵਰ ਹੈ, ਜਿਹਦੇ ਕੋਲ ਹੱਕ ਨੇ, ਜਿਹਦੇ ਕੋਲ ਅਧਿਕਾਰ ਵਧੇਰੇ ਨੇ, ਉਹ ਦੂਜੇ ਨੂੰ ਦਬਾ ਕੇ ਆਪਣਾ ਗੁਲਾਮ ਬਣਾਏ। ਤਾਂ ਅਸੀਂ ਕਈ ਮੁਲਕਾਂ ਵਿੱਚ ਪੜ੍ਹਦੇ ਹਾਂ ਨਾ ਵੀ ਉੱਥੇ ਗੁਲਾਮ ਪ੍ਰਥਾ ਰਹੀ। ਇਸ ਮੁਲਕ ਦੇ ਇਤਿਹਾਸ ਵਿੱਚ ਵੀ ਆਪਾਂ ਪੜ੍ਹਦੇ ਹਾਂ ਵੀ ਚਮੜੀ ਦੇ ਰੰਗ ਕਰਕੇ ਤੇ ਵੱਖਰੀ ਨਸਲ ਕਰਕੇ ਇੱਕ ਖਾਸ ਤਬਕੇ ਦੇ ਲੋਕਾਂ ਦੇ ਕੋਲੋਂ ਕਿਵੇਂ ਸਦੀਆਂ ਤਲਕ ਜਿਹੜੀ ਸੀ ਉਹ ਗੁਲਾਮੀ ਕਰਵਾਈ ਗਈ। ਸਲੇਵਰੀ ਸਿਸਟਮ ਜਿਹੜਾ ਹੈ ਉਹ ਕਿੰਨਾ ਪ੍ਰਚਲਿਤ ਰਿਹਾ। ਉਹਨਾਂ ਦੇ ਕੋਲੋਂ ਉਵੇਂ ਕੰਮ ਲਿਆ ਜਾਂਦਾ ਜਿਵੇਂ ਕੋਈ ਪਸ਼ੂਆਂ ਕੋਲੋਂ ਲੈਂਦਾ। ਅੱਜ ਕੱਲ੍ਹ ਤੇ ਪਸ਼ੂਆਂ ਦੇ ਵੀ ਅਧਿਕਾਰ ਹੋ ਗਏ, ਪਸ਼ੂਆਂ ਦੇ ਵੀ ਅਧਿਕਾਰ ਨੇ। ਅੱਜ ਦੇ ਸਮੇਂ ਵਿੱਚ ਸਮਾਂ ਇੰਨਾ ਅੱਗੇ ਚਲਾ ਗਿਆ ਵੀ ਪਸ਼ੂਆਂ ਬਾਰੇ ਵੀ ਕਾਨੂੰਨ ਨਿਯਮ ਬਣਾ ਦਿੱਤੇ ਗਏ। ਪਰ ਉਹਨਾਂ ਸਮਿਆਂ ਵਿੱਚ ਉਹਨਾਂ ਬੰਦਿਆਂ ਨੂੰ ਪਸ਼ੂਆਂ ਤੋਂ ਵੀ ਬਦਤਰ ਸਮਝਿਆ ਜਾਂਦਾ ਸੀ। ਉਹਨਾਂ ਤੋਂ ਉਵੇਂ ਕੰਮ ਲਿਆ ਜਾਣਾ, ਉਵੇਂ ਉਹਨਾਂ ਨੂੰ ਵਾੜਿਆਂ ਵਿੱਚ ਡੱਕਿਆ ਜਾਣਾ ਜਿਵੇਂ ਭੇਡਾਂ ਡੱਕ ਦਿੱਤੀਆਂ ਜਾਂਦੀਆਂ। ਉਹਨਾਂ ਦੇ ਨੱਕ ਵਿੱਚ ਨਕੇਲ ਪਾਈ ਜਾਣੀ, ਉਹਨਾਂ ਨੂੰ ਸੰਗਲਾਂ ਤੇ ਰੱਸਿਆਂ ਨਾਲ ਬੰਨ੍ਹਿਆ ਜਾਣਾ, ਛਾਂਟਿਆਂ ਨਾਲ ਕੁੱਟਿਆ ਜਾਣਾ, ਨੰਗੇ ਰੱਖਿਆ ਜਾਣਾ, ਭੋਜਨ ਉਹਨਾਂ ਨੂੰ ਇਵੇਂ ਦਿੱਤਾ ਜਾਣਾ ਜਿਵੇਂ ਅਸੀਂ ਕਿਸੇ ਅਵਾਰਾ ਪਸ਼ੂ ਨੂੰ ਜਿਸ ਤਰ੍ਹਾਂ ਕੋਈ ਚੀਜ਼ ਸੁੱਟਦੇ ਹਾਂ। ਬਹੁਤ ਕੁਝ ਹੈ ਜੋ ਜਿਨ੍ਹਾਂ ਨੇ ਹੰਢਾਇਆ, ਕਿਤੇ ਵੱਧ ਹੰਢਾਇਆ ਅਸੀਂ ਉਹਨਾਂ ਕਹਿ ਵੀ ਨਹੀਂ ਸਕਦੇ। ਉਹ ਤਾਂ ਅਸੀਂ ਨਸਲ ਕਰਕੇ ਵੀ ਰੰਗ ਚਮੜੀ ਦਾ ਹੈ, ਨਸਲ ਵੱਖਰੀ ਹੈ। ਪਰ ਭਾਰਤੀ ਪ੍ਰਬੰਧ ਵਿੱਚ ਤੁਸੀਂ ਅਜੀਬ ਵਰਤਾਰਾ ਵੇਖੋਗੇ, ਉੱਥੇ ਚਮੜੀ ਦਾ ਰੰਗ ਵੀ ਇੱਕੋ ਜਿਹਾ ਹੋਵੇ, ਉੱਥੇ ਉਸੇ ਨਗਰ ਦੇ ਵਿੱਚ ਉਸੇ ਹੀ ਦੇਸ਼ ਦਾ ਬਸ਼ਿੰਦਾ ਹੋਵੇ, ਬਾਹਰੋਂ ਵੀ ਕਿਤੋਂ ਨਾ ਆਇਆ ਹੋਵੇ, ਪਰ ਉਸੇ ਦੇਸ਼ ਦੇ ਬਾਸ਼ਿੰਦੇ ਨੂੰ, ਉਸੇ ਚਮੜੀ ਦੇ ਰੰਗ ਵਾਲੇ ਨੂੰ ਇੱਕ ਵੱਖਰੇ ਢੰਗ ਦੀ ਉਹਦੇ ਕੋਲੋਂ ਸਲੇਵਰੀ, ਇੱਕ ਗੁਲਾਮੀ ਜਿਹੜੀ ਉਹ ਕਰਵਾਈ ਗਈ। ਔਰ ਉਹ ਪਹਿਲਾਂ ਹੀ ਮਿਥਿਆ ਗਿਆ ਵੀ ਜਿਹੜਾ ਇਸ ਬਿਰਾਦਰੀ ਵਿੱਚ ਪੈਦਾ ਹੋਏਗਾ ਉਹ ਨੀਵਾਂ ਹੀ ਹੋ, ਕਿਉਂਕਿ ਬਿਰਾਦਰੀ ਹੀ ਨੀਵੀਂ ਹੈ। ਤਾਂ ਉਹ ਜਿਹੜੀ ਚੀਜ਼ ਹੈ ਸਦੀਆਂ ਤੋਂ ਅੱਜ ਵੀ ਜਿਉਂ ਦੀ ਤਿਉਂ ਚੱਲ ਰਹੀ। ਉਹਨੂੰ ਕੁਝ ਗ੍ਰੰਥਾਂ ਨੇ, ਕੁਝ ਵਿਚਾਰਕਾਂ ਨੇ, ਕੁਝ ਪ੍ਰਚਾਰਕਾਂ ਨੇ, ਕੁਝ ਮੁਖੀਆਂ ਨੇ, ਭਾਵੇਂ ਉਹ ਰਾਜਨੀਤੀ ਤੇ ਸਨ, ਧਾਰਮਿਕ ਠੇਕੇਦਾਰ ਸਨ, ਸਮਾਜ ਦੇ ਠੇਕੇਦਾਰ, ਉਹਨਾਂ ਸਾਰਿਆਂ ਨੇ ਉਹਨੂੰ ਪੱਕਿਆਂ ਕੀਤਾ ਤੇ ਤਾਣਾ ਬਾਣਾ ਇਹੋ ਜਿਹਾ ਬੁਣ ਦਿੱਤਾ ਵੀ ਕੋਈ ਬੰਦਾ ਆਪਣੇ ਖਾਨੇ ਚੋਂ ਨਿਕਲ ਕੇ ਦੂਜੇ ਖਾਨੇ 'ਚ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਉਹ ਕੰਧਾਂ ਬੜੀਆਂ ਉੱਚੀਆਂ ਸਨ, ਉਹਨਾਂ ਪਿੰਜਰਿਆਂ ਨੂੰ ਤੋੜਨਾ ਬੜਾ ਕਠਿਨ ਹੈ, ਤਾਂ ਇਹ ਹਮਾਕਤ ਕੋਈ ਕਰਦਾ ਹੀ ਨਹੀਂ ਸੀ। ਤੁਸੀਂ ਇੱਥੇ ਵੇਖੋ, ਆਵਾਜ਼ ਤੇ ਤਾਂ ਚੁੱਕੇਗਾ ਨਾ ਬੰਦਾ ਜੇ ਉਹਨੂੰ ਕੋਈ ਪਲੇਟਫਾਰਮ ਰਹਿਣ ਦਿੱਤਾ ਗਿਆ ਹੋਏਗਾ ਉਹਦੇ ਵਾਸਤੇ। ਧਰਮ ਮੰਦਰ 'ਚ ਉਹ ਨਹੀਂ ਜਾ ਸਕਦਾ, ਸਮਾਜ ਦੀ ਉੱਚੀ ਕਿਸੇ ਪਦਵੀ ਤੇ ਉਹ ਨਹੀਂ ਬਹਿ ਸਕਦਾ, ਵਿਦਿਆ ਪੜ੍ਹਨ ਦਾ ਅਧਿਕਾਰ, ਐਜੂਕੇਸ਼ਨ ਦਾ ਉਹਦੇ ਕੋਲ ਨਹੀਂ, ਕੋਈ ਧਰਮ ਕਰਮ ਰਸਮਾਂ ਉਹ ਨਹੀਂ ਨਿਭਾ ਸਕਦਾ, ਕਿਸੇ ਬਰਾਦਰੀ ਦੇ ਪ੍ਰੋਗਰਾਮ ਵੱਡੇ ਜਿਹੜੇ ਕਾਰਜ ਨੇ ਉਹਦੇ ਵਿੱਚ ਕੋਈ ਸਨਮਾਨਜਨਕ ਰਸਮ ਵੀ ਨਹੀਂ ਕਰ ਸਕਦਾ। ਮੰਨ ਲਓ ਬੱਚੇ ਦਾ ਵਿਆਹ ਤੇ ਉਹ ਘੋੜੇ ਤੇ ਸਵਾਰ ਹੋ ਕੇ ਪੱਗ ਬੰਨ੍ਹ ਕੇ ਥੋੜਾ ਪਿੰਡ ਚੋਂ ਲੰਘ ਜਾਏਗਾ। ਖਾਸ ਤੌਰ ਤੇ ਜਿਸ ਗਲੀ ਵਿੱਚ, ਜਿਸ ਪਾਸੇ ਉੱਚੀ ਬਿਰਾਦਰੀ ਦੇ ਲੋਕਾਂ ਦੇ ਮਕਾਨ ਤੇ ਘਰ ਨੇ, ਉਧਰ ਦੀ ਤਾਂ ਲੰਘ ਹੀ ਨਹੀਂ ਨਾ ਸਕਦਾ। ਤਾਂ ਉਹਨੂੰ ਘੋੜੇ ਤੇ ਬੈਠਣ ਦਾ ਵੀ ਅਧਿਕਾਰ ਨਹੀਂ, ਉਹਨੂੰ ਪੱਗ ਬੰਨਣ ਦਾ ਅਧਿਕਾਰ ਨਹੀਂ, ਉਹਨੂੰ ਢੋਲ ਵਜਾਉਣ ਦਾ ਅਧਿਕਾਰ ਨਹੀਂ, ਉਹਨੂੰ ਹਥਿਆਰ ਰੱਖਣ ਦਾ ਅਧਿਕਾਰ ਨਹੀਂ, ਉਹਨੂੰ ਧਰਮ ਗ੍ਰੰਥ ਪੜ੍ਹਨ ਦਾ ਅਧਿਕਾਰ ਨਹੀਂ, ਉਹ ਧਰਮ ਰਸਮਾਂ ਨਹੀਂ ਕਰ ਸਕਦਾ।
ਧਰਮ ਅਸਥਾਨ ਤੇ ਨਹੀਂ ਜਾ ਸਕਦਾ, ਸਮਾਜਿਕ ਇਕੱਠ ਵਿੱਚ ਜਿੱਥੇ ਉੱਚੀਆਂ ਜਾਤਾਂ ਦੇ ਲੋਕ ਬੈਠੇ ਉੱਥੇ ਜਾ ਨਹੀਂ ਸਕਦਾ, ਕਿਉਂਕਿ ਉਹਦੇ ਪਰਛਾਵੇਂ ਤੋਂ ਵੀ ਉਹ ਲੋਕ ਭਿੱਟੇ ਜਾਣਗੇ। ਜਾਨੀ ਕਿ ਉਹਦੇ ਲਈ ਕੰਧਾਂ ਹੀ ਇੰਨੀਆਂ ਉੱਚੀਆਂ ਕਰ ਦਿੱਤੀਆਂ ਗਈਆਂ ਵੀ ਉਹ ਸੋਚ ਵੀ ਨਾ ਸਕੇ ਵੀ ਮੈਂ ਇਸ ਕੈਦ ਚੋਂ ਬਾਹਰ ਆ ਸਕਦਾ। ਉਹਦੀ ਆਵਾਜ਼ ਕਿਸ ਪਲੇਟਫਾਰਮ ਤੇ, ਕਿਸ ਸਟੇਜ ਤੇ, ਕਿਸ ਜਗ੍ਹਾ ਤੇ ਸੁਣੀ ਜਾਏਗੀ? ਕਿਤੇ ਵੀ ਨਹੀਂ। ਤੋ ਜ਼ਰਾ ਕਿਆਸ ਕਰਕੇ ਵੇਖੋ, ਕੋਈ ਸਾਧਨ ਨਹੀਂ ਹੈ। ਕਿਸੇ ਧਰਮ ਅਦਾਰੇ ਕੋਲ ਪਹੁੰਚ ਕਰਕੇ ਆਪਣੀ ਪੀੜਾ ਨਹੀਂ ਦੱਸੀ ਜਾ ਸਕਦੀ। ਕਿਸੇ ਸਮਾਜ ਦੇ ਉੱਚੀ ਜਗ੍ਹਾ ਤੇ ਬੈਠੇ ਬੰਦੇ ਨੂੰ ਜਾ ਕੇ ਨਹੀਂ ਕਿਹਾ ਜਾ ਸਕਦਾ। ਕਿਸੇ ਰਾਜਨੀਤੀਵਾਨ ਬੰਦੇ ਦੇ ਦਰਬਾਰ 'ਚ ਪੇਸ਼ ਹੋ ਕੇ ਕਿਸੇ ਅਦਾਲਤ 'ਚ ਅਪੀਲ ਨਹੀਂ ਹੋ ਸਕਦੀ। ਬੰਦਾ ਜਾਏਗਾ ਕਿੱਥੇ? ਤੇ ਜਿਨ੍ਹਾਂ ਨੇ ਐਸੇ ਮਾਹੌਲ ਵਿੱਚ ਇਹ ਸਾਰਾ ਕੁਝ ਸਹਿਣ ਕਰਦਿਆਂ ਹੋਇਆਂ ਸਦਭਾਵਨਾ ਤੇ ਸਾਂਝੀਵਾਲ ਦਾ ਉਪਦੇਸ਼ ਦਿੱਤਾ, ਸੱਚਮੁੱਚ ਹੀ ਉਹ ਬੜੇ ਮਹਾਨ ਲੋਕ ਨੇ। ਜਿੱਥੇ ਸਦੀਆਂ ਤੋਂ ਲੈ ਕੇ ਇਹਨਾਂ ਕੰਧਾਂ ਦੇ ਵਿੱਚ ਕਿੰਨੀਆਂ ਆਵਾਜ਼ਾਂ ਦੱਬ ਗਈਆਂ ਤੇ ਕਿਸੇ ਨੇ ਬੋਲਣ ਦਾ ਹੀਆ ਹੀ ਨਹੀਂ ਕੀਤਾ। ਪਹਿਲੀ ਗੱਲ, ਕੈਸੇ ਮਹਾਨ ਲੋਕ ਸਨ ਜਿਨ੍ਹਾਂ ਨੇ ਇਹਨਾਂ ਕੰਧਾਂ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੋਏਗੀ। ਕਿੰਨੇ ਉੱਚੇ ਜੀਵਨ ਵਾਲੇ ਲੋਕ ਸਨ, ਕਿੰਨੇ ਇਨਕਲਾਬੀ ਸਨ, ਕਿੰਨੀ ਸੁਰਤ ਦੀ ਉਚਾਈ ਸੀ। ਤੋ ਉਹ ਜਿਹੜੀ ਚੀਜ਼ ਹੈ, ਭਗਤ ਨਾਮਦੇਵ ਸਾਹਿਬ ਪਹਿਲਾ ਸ਼ਬਦ ਵਰਤਦੇ ਨੇ, ਕਹਾਂ ਕਰੋ ਜਾਤੀ। ਕੀ ਕਰਾਂ ਮੈਂ ਜਾਤ ਨੂੰ? ਬਰਾਦਰੀ ਦੇ ਅਹੰਕਾਰ ਨੂੰ, ਦਰਜੇ ਨੂੰ ਮੈਂ ਕੀ ਕਰਾਂ? ਭਾਵ ਮੈਂ ਇਹਨੂੰ ਪ੍ਰਵਾਨ ਨਹੀਂ ਕਰਦਾ। ਕਹਾਂ ਕਰੋ ਪਾਤੀ। ਪਾਤੀ ਦਾ ਮਤਲਬ ਹੁੰਦਾ ਗੋਤਰ। ਤੁਸੀਂ ਹੈਰਾਨ ਹੋਵੋਗੇ, ਆਪਾਂ ਮਿੱਥ ਲਿਆ ਨਾ, ਜਿਵੇਂ ਆਪਾਂ ਤਾਂ ਮੋਟੀਆਂ-ਮੋਟੀਆਂ ਚੀਜ਼ਾਂ ਵੇਖਦੇ ਹਾਂ ਕਿ ਇਹ ਇੱਕ ਬਰਾਦਰੀ ਹੈ, ਤੇ ਸਾਨੂੰ ਲੱਗਦਾ ਇੱਕ ਬਰਾਦਰੀ ਦਾ ਦੂਜੀ ਬਰਾਦਰੀ ਨਾਲ, ਇੱਕ ਵਰਨ ਦਾ ਦੂਜੇ ਵਰਨ ਨਾਲ, ਇੱਕ ਜਾਤ ਦਾ ਦੂਜੀ ਜਾਤ ਨਾਲ ਰੌਲਾ ਹੈ। ਇਹ ਤੇ ਸਮਝ ਵਿੱਚ ਆਉਂਦਾ ਹੈ, ਪਰ ਤੁਸੀਂ ਹੈਰਾਨ ਹੋਵੋਗੇ ਇੱਕ ਬਰਾਦਰੀ ਦਾ ਵੀ ਆਪਸ ਵਿੱਚ ਰੌਲਾ ਹੈ। ਪਤਾ ਕਾਹਦੇ ਤੋਂ? ਗੋਤਰ ਤੋਂ। ਉਹ ਵੀ ਆਪਸ ਵਿੱਚ ਵੰਡੇ ਹੋਏ ਨੇ ਗੋਤ ਕਰਕੇ, ਵੀ ਗੋਤਰ ਕਿਹਦਾ ਉੱਚਾ ਹੈ। ਉਹ ਇਹ ਨਹੀਂ ਵੇਖਦੇ ਵੀ ਸਾਨੂੰ ਸੱਟਾਂ ਸਾਂਝੀਆਂ ਪੈਂਦੀਆਂ ਨੇ। ਉਹ ਇਸ ਗੱਲ ਤੇ ਫਖਰ ਕਰ ਰਹੇ ਨੇ ਵੀ ਮੇਰੀ ਬਰਾਦਰੀ ਵਿੱਚ ਮੇਰਾ ਗੋਤਰ ਉੱਚਾ ਹੈ। ਮੇਰੀ ਬਰਾਦਰੀ ਵਿੱਚ ਇਹ ਉਵੇਂ ਦੀ ਗੱਲ ਹੈ ਜਿਵੇਂ ਇੱਕ ਗੁਲਾਮ ਨੂੰ ਨਾ ਚਾਂਦੀ ਦੀ ਜੰਜੀਰ, ਉਹਦੇ ਨਕੇਲ ਉਹਦੇ ਨੱਕ 'ਚ ਪਾਈ ਹੋਵੇ ਤੇ ਦੂਜੇ ਦੀ ਲੋਹੇ ਦੀ ਪਾਈ ਹੋਵੇ, ਤੇ ਉਹ ਚਾਂਦੀ ਦੀ ਨਕੇਲ ਵਾਲਾ ਇਸ ਗੱਲ ਤੇ ਹੀ ਮਾਣ ਕਰੀ ਜਾਏ ਵੀ ਵੇਖ ਮੇਰੀ ਚਾਂਦੀ ਦੀ ਨਕੇਲ ਹੈ। ਇਹ ਜਿਹੜੀ ਤੈਨੂੰ ਨਕੇਲ ਪਾਈ ਹੈ ਨਾ, ਉਹ ਲੋਹੇ ਦੀ ਹੈ ਤੇ ਮੈਨੂੰ ਚਾਂਦੀ ਦੀ। ਇੱਕ ਨੂੰ ਸੰਗਲ ਨਾਲ ਬੰਨਿਆ ਗਿਆ ਹੋਵੇ, ਇੱਕ ਨੂੰ ਮੁੰਜ ਦੀ ਰੱਸੀ ਨਾਲ ਬੰਨਿਆ ਗਿਆ ਹੋਵੇ, ਤੇ ਸੰਗਲ ਲੋਹੇ ਨਾਲ ਜਕੜਿਆ ਬੰਦਾ ਮਾਣ ਕਰੇ, ਵੇਖ ਤੇਰਾ ਸਟੇਟਸ ਮੇਰੇ ਤੋਂ ਕਿੰਨਾ ਨੀਵਾਂ, ਤੈਨੂੰ ਰੱਸੀ ਨਾਲ ਬੰਨਿਆ, ਮੈਨੂੰ ਤਾਂ ਸੰਗਲ ਨਾਲ ਬੰਨਿਆ। ਫਿਰ ਵੀ ਤੁਸੀਂ ਮਾਨਸਿਕਤਾ ਦਾ ਅੰਦਾਜ਼ਾ ਲਾ ਕੇ ਵੇਖੋ ਵੀ ਇੱਕ ਤਾਂ ਬਰਾਦਰੀ ਦਬਾ ਲਈ ਗਈ, ਬਰਾਦਰੀ ਦੇ ਨਾਂ ਦੇ ਉੱਤੇ, ਜਾਤ ਪਾਤ ਦੇ ਵਰਣ ਦੇ ਨਾਂ ਦੇ ਉੱਤੇ, ਤੇ ਫਿਰ ਉਸ ਵਰਣ ਦੇ ਲੋਕ ਵੀ ਆਪਸ ਵਿੱਚ ਗੋਤਰ ਦੇ ਆਧਾਰ ਤੇ ਵੰਡੇ ਗਏ ਵੀ ਸਾਡਾ ਗੋਤਰ ਉੱਚਾ ਹੈ ਤੇ ਸਾਡਾ ਗੋਤਰ ਤੇਰੇ ਤੋਂ ਉੱਚਾ ਹੈ। ਉਹਦੇ ਵਿੱਚ ਵੀ ਅੱਗੇ ਦਰਜੇ, ਉਹਦੇ ਵਿੱਚ ਵੀ ਅੱਗੇ ਡੱਬੇ ਤੇ ਖਾਨੇ ਬਣਾਏ ਗਏ। ਹੁਣ ਕਿੰਨਾ ਅਜੀਬ ਵਰਤਾਰਾ, ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਤਾਂ ਉਹ ਜਿਹੜੀ ਚੀਜ਼ ਹੈ, ਅਸੀਂ ਆਪਣੇ ਸਮਾਜ ਦੀ ਗੱਲ ਹੀ ਲਈਏ, ਬੜਾ ਅਜੀਬ ਕਿਸਮ ਦਾ ਵਰਤਾਰਾ ਹੁੰਦਾ ਹੈ। ਪਹਿਲਾਂ ਬਰਾਦਰੀ, ਫਿਰ ਗੋਤ, ਫਿਰ ਹੋਰ ਬੜਾ ਕੁਝ। ਉਹ ਜਿਹੜੀ ਚੀਜ਼ ਹੈ ਉਹਦੇ ਵਿੱਚ ਵੀ ਮੰਨਿਆ ਜਾਂਦਾ ਵੀ ਇਸ ਗੋਤ ਦੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਇਸ ਗੋਤ ਦੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ। ਉਹਨੂੰ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਪਾਤੀ, ਪੰਕਤੀ, ਭਰਾਵਾਂ ਦੀ, ਭਾਈਚਾਰੇ ਦੀ ਪੰਕਤੀ, ਕਤਾਰ ਜਿਹੜੀ ਬਣੀ ਹੁੰਦੀ ਨਾ ਇੱਕ ਛੋਟੀ ਜਿਹੀ, ਉਹਨੂੰ ਗੋਤਰ, ਉਹਨੂੰ ਪਾਤ ਕਿਹਾ ਜਾਂਦਾ। ਜਾਤ ਪਾਤ ਸ਼ਬਦ ਵਰਤਿਆ ਜਾਂਦਾ। ਮੈਂ ਜਾਤ ਨੂੰ ਜਾਂ ਪਾਤ ਨੂੰ, ਭਾਵ ਗੋਤਰ ਨੂੰ ਕੀ ਕਰਾਂ? ਆਖਦੇ ਨੇ ਮੈਂ ਇਸ ਨੂੰ ਅਪ੍ਰਵਾਨ ਕਰਦਾ, ਰਿਜੈਕਟ ਕਰਦਾ, ਰੱਦ ਕਰਦਾ। ਮੈਂ ਕੀ ਕਰਦਾ ਹਾਂ? ਰਾਮ ਕੋ ਨਾਮ ਜਪਾਉ ਦਿਨ ਰਾਤ। ਹੁਣ ਇਹਦਾ ਮਤਲਬ ਇਹ ਨਹੀਂ ਵੀ ਇਹਦਾ ਭਾਵ ਇਹ ਨਹੀਂ ਹੈ ਵੀ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਮੈਂ ਤਾਂ ਰੱਬ ਰੱਬ ਕਰਦਾ, ਬਈ ਮੈਂ ਨਹੀਂ ਕਿਸੇ, ਇੱਦਾਂ ਗੱਲ ਨਹੀਂ ਬਣਦੀ। ਉਹ ਕਹਿੰਦੇ ਨੇ ਕਰੀ ਜਾਓ, ਪਰ ਅਸੀਂ ਤੁਹਾਨੂੰ ਰੱਬ ਰੱਬ ਕਰਨ ਦਾ ਹੱਕ ਵੀ ਸਮਾਜਿਕ ਤੌਰ ਤੇ ਨਹੀਂ ਦੇਣਾ। ਖੂੰਜੇ 'ਚ ਬਹਿ ਕੇ ਕਰੀ ਜਾਓ, ਲੋਕ ਕੇ ਕਰੀ ਜਾਓ, ਕੀ ਫਰਕ ਪੈਂਦਾ? ਇਵੇਂ ਕੀ ਤਬਦੀਲੀ ਆਉਣ ਲੱਗੀ? ਤੁਹਾਡੇ ਜੀਵਨ 'ਚ ਆ ਸਕਦੀ, ਸਮਾਜ 'ਚ ਕੋਈ ਨਹੀਂ ਆ ਸਕਦੀ।
ਜਿਹੜਾ ਧਰਮ ਹੈ ਨਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ, ਉਹ ਹੈ ਨਿਜ ਦੀ ਤਬਦੀਲੀ ਵੀ ਤੇ ਸਮਾਜ ਦੀ ਤਬਦੀਲੀ ਵੀ। ਇਸ ਕਰਕੇ ਗੁਰੂ ਨੇ ਸੰਗਤ ਬਣਾਈ, ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਮੱਠ ਨਹੀਂ ਬਣਾਏ, ਕੰਦਰਾਂ ਨਹੀਂ ਬਣਾਈਆਂ, ਜੰਗਲਾਂ 'ਚ ਜਾਣ ਦਾ, ਪਹਾੜਾਂ 'ਚ ਜਾਣ ਦਾ ਉਪਦੇਸ਼ ਨਹੀਂ ਦਿੱਤਾ। ਜੋਗੀ ਜਾਂਦੇ ਸਨ, ਉਹਨਾਂ ਨੂੰ ਕਿਹਾ ਮੰਨ ਲਓ ਜੇ ਤੁਸੀਂ ਕੁਝ ਹਾਸਲ ਕਰ ਵੀ ਲਿਆ ਤੇ ਇਹਦੇ ਨਾਲ ਮੈਨੂੰ ਕੀ ਲਾਭ ਹੈ। ਗੁਰਮਤਿ ਦਾ ਧਰਮ ਕੀ ਹੈ? ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਂ ਨਾਮ ਜਪਾਵੈ। ਖੁਦ ਵੀ ਹੰਡਾਉਣਾ ਹੈ ਉਸ ਧਰਮ ਨੂੰ ਤੇ ਦੂਜੇ ਤਾਈਂ ਵੀ ਉਸ ਨੂੰ ਪਹੁੰਚਾਉਣਾ ਹੈ। ਇਹਨੂੰ ਸੰਗਤੀ ਧਰਮ ਕਿਹਾ ਜਾਂਦਾ, ਜਿਹੜਾ ਨਿਜ ਤੋਂ ਲੈ ਕੇ ਸੰਗਤ ਵੱਲ ਨੂੰ ਰੁਖ ਕਰ ਲੈਂਦਾ, ਜਿਹੜਾ ਖੁਦ ਘਾਲਦਾ ਹੈ ਤੇ ਹੱਥੋਂ ਵੰਡਦਾ ਹੈ, ਜਿਹੜਾ ਆਪਣੇ ਦੇ ਨਾਲ ਨਾਲ ਦੂਜੇ ਦਾ ਖਿਆਲ ਤੇ ਧਿਆਨ ਵੀ ਰੱਖਦਾ ਹੈ। ਤੋ ਗਰੀਬ ਨਵਾਜ ਪਾਤਸ਼ਾਹ ਨੇ ਇਸ ਨੂੰ ਕਿਹਾ ਰਾਮ ਕੋ ਨਾਮ। ਰਾਮ ਦਾ ਭਾਵ ਕੀ ਹੈ? ਰਮਿਆ ਹੋਇਆ, ਰਮਤ ਰਾਮ, ਵਿਆਪਕ, ਜੋ ਸਭਨਾ ਵਿੱਚ ਹੈ। ਨਾਮ ਅਹਿਸਾਸ, ਜਪੋਂ ਦ੍ਰਿੜ ਕਰਦਾ, ਦਿਨ ਰਾਤੀ ਕੰਟੀਨਿਊ, ਰੈਗੂਲਰ। ਮੈਂ ਸਰਵ ਵਿਆਪਕ ਪਰਮੇਸ਼ਰ ਦਾ ਸਭਨਾ ਵਿੱਚ ਹੋਣ ਦਾ ਅਹਿਸਾਸ ਕਰਦਾ ਹਾਂ, ਔਰ ਕੇਵਲ ਇੱਕ ਪਲ ਦੋ ਪਲ ਨਹੀਂ, ਲਗਾਤਾਰ ਮੇਰੇ ਅੰਦਰ ਇਹ ਅਹਿਸਾਸ, ਇਹ ਅਨੁਭਵ ਬਣਿਆ ਰਹਿੰਦਾ। ਇਸ ਲਈ ਮੈਂ ਕਿਸੇ ਦੀ ਜਾਤ ਵੇਖ ਕੇ, ਗੋਤ ਵੇਖ ਕੇ ਉਸ ਨੂੰ ਮਾਣ ਜਾਂ ਨਫ਼ਰਤ ਨਹੀਂ ਕਰਦਾ। ਮੇਰੇ ਲਈ ਸਾਰੇ ਬਰਾਬਰ ਹਨ। ਮੈਂ ਸਭਨਾਂ ਨੂੰ ਰੱਬ ਦੇ ਬੰਦੇ ਮੰਨਦਾ, ਸਭਨਾਂ ਨੂੰ ਆਪਣੇ ਜਿਹੇ ਸਮਝਦਾ, ਸਭਨਾਂ ਨੂੰ ਪਰਮੇਸ਼ਰ ਦੇ ਘਾੜਤ, ਪਰਮੇਸ਼ਰ ਦੀ ਸਿਰਜਣਾ ਮੰਨ ਕੇ ਚੱਲਦਾ। ਇਸ ਲਈ ਮੇਰੇ ਅੰਦਰ ਕਿਸੇ ਪ੍ਰਤੀ ਨਾ ਨਫ਼ਰਤ ਹੈ, ਨਾ ਭੇਦਭਾਵ ਹੈ, ਨਾ ਛੂਆ ਛਾਤ ਹੈ, ਨਾ ਗਿਲਾਨੀ ਹੈ, ਨਾ ਹੰਕਾਰ ਹੈ, ਕੋਈ ਚੀਜ਼ ਨਹੀਂ। ਮੈਂ ਸਾਰੇ ਬੋਝ ਲਾ ਦਿੱਤੇ, ਮੈਂ ਸਾਰੇ ਭਾਰ ਆਪਣੇ ਸਿਰ ਤੋਂ ਉਤਾਰ ਦਿੱਤੇ, ਮੈਂ ਆਪਣੇ ਅੰਦਰ ਦੇ ਸਾਰੇ ਜੰਜਾਲ ਮੁਕਾ ਲਏ। ਇਸ ਕਰਕੇ ਮੇਰੇ ਅੰਦਰ ਕਿਸੇ ਪ੍ਰਤੀ ਕੋਈ ਖਿਝ ਪੈਦਾ ਨਹੀਂ ਹੁੰਦੀ, ਮੇਰੇ ਅੰਦਰ ਕਿਸੇ ਪ੍ਰਤੀ ਕੋਈ ਭਾਵ ਨਫ਼ਰਤ ਦਾ ਉਪਜਦਾ ਹੀ ਨਹੀਂ। ਤੋ ਚੀਜ਼ ਮੈਨੂੰ ਤੰਗ ਵੀ ਨਹੀਂ ਕਰਦੀ ਜੀਵਨ 'ਚ। ਜੋ ਮੈਂ ਆਪਣੇ ਮਨ 'ਚ ਰੱਖ ਕੇ ਤੁਰਦਾ, ਉਹ ਸਭ ਤੋਂ ਪਹਿਲਾਂ ਤਾਂ ਮੈਨੂੰ ਤੰਗ ਕਰਦਾ ਹੈ। ਉਹ ਭਾਰ ਪਹਿਲਾਂ ਮੈਂ ਚੁੱਕਣਾ ਹੈ। ਤੋ ਅਸੀਂ ਉਸ ਭਾਰ ਦੇ ਆਦੀ ਹੋ ਜਾਂਦੇ ਹਾਂ। ਉਸ ਭਾਰ ਚੁੱਕਣ ਦੀ ਸਾਡੀ ਆਦਤ ਬਣ ਜਾਂਦੀ, ਸੁਭਾਅ ਬਣ ਜਾਂਦਾ। ਤੋ ਭਾਰ ਅਸੀਂ ਇਕੱਠਾ ਕਰਦੇ ਰਹਿੰਦੇ ਹਾਂ। ਤੋ ਗਰੀਬ ਨਵਾਜ ਜੀ ਆਰੰਭ ਦੇ ਵਾਕ ਵਿੱਚ ਬੜਾ ਪਿਆਰਾ ਬੋਲ ਆਖਦੇ ਨੇ। ਇਹ ਜਿਹੜੀ ਪੰਕਤੀ ਹੈ, ਮਨ ਮੇਰੋ ਗਾਜ ਜੇਬਾ ਮੇਰੀ ਕਾਤੀ। ਜਿਹੜੀ ਕੋਈ ਕਿਰਤ ਕਰਦਾ ਹੈ ਨਾ, ਉਹ ਆਪਣੀ ਕਿਰਤ ਦੀ ਐਗਜ਼ੈਂਪਲ, ਉਦਾਹਰਣ ਬਹੁਤ ਸੌਖੀ ਵਰਤ ਸਕਦਾ ਹੈ ਤੇ ਸੌਖੀ ਸਮਝ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੇਤੀ ਵੀ ਕੀਤੀ ਹੈ, ਪਸ਼ੂ ਵੀ ਚਾਰੇ ਹਨ, ਵਪਾਰ ਵੀ ਕੀਤਾ ਹੈ, ਨੌਕਰੀ ਵੀ ਕੀਤੀ ਹੈ, ਇਹ ਸਾਰੇ ਕੰਮ ਕੀਤੇ ਨੇ। ਇਸ ਕਰਕੇ ਮੈਂ ਜਦੋਂ ਮਹਾਰਾਜ ਦੀ ਇਹ ਸ਼ਬਦ ਪੜ੍ਹਦਾ ਨਾ, ਸਤਿਗੁਰੂ ਦਾ, ਮਨ ਹਾੜੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵਿੱਚ, ਭਾਉ ਕਰਮ ਕਰ ਜਮਸੀ ਸੇ ਕਰ ਭਾਗਟ ਤੇ, ਬਾਬਾ ਮਾਇਆ ਸਾਥ ਨਾ ਹੋਏ ਨ ਮਾਇਆ ਜਗ ਮੋਇਆ ਵਿਰਲਾ ਬੂਝਾ ਕੋਇ, ਹਾਣ ਹਟ ਕਰ ਆਰਜਾ ਸਚ ਨਾਮ ਕਰਵਾਤ, ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹਾ ਮਨ ਹਸ। ਫਿਰ ਜਦੋਂ ਇਹ ਕਹਿੰਦੇ ਨੇ ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਵਧੀਆ ਕਰ ਧਾਵਣੀ, ਤਾਂ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ ਚੜ੍ਹੇ ਚਵਗਣ ਵਾਲ। ਜਿੰਨੀਆਂ ਵੀ ਉਦਾਹਰਨਾਂ ਨੇ, ਉਹ ਸਤਿਗੁਰੂ ਨੇ ਖੇਤੀ ਦੀ ਉਦਾਹਰਣ ਵਰਤੀ, ਨੌਕਰੀ ਦੀ ਉਦਾਹਰਣ ਵਰਤੀ, ਵਪਾਰ ਦੀ ਉਦਾਹਰਣ ਵਰਤੀ। ਸਾਰੀਆਂ ਉਦਾਹਰਨਾਂ ਸਤਿਗੁਰੂ ਨੇ ਬੜੀਆਂ ਕਾਮਨ, ਔਰ ਇਹ ਕਿੱਤੇ ਮਹਾਰਾਜ ਨੇ ਖੁਦ ਕੀਤੇ ਨੇ। ਹੁਣ ਆਪਾਂ ਨੂੰ ਕੀ ਭੁੱਲਿਆ ਹੁੰਦਾ? ਲੋਹੇ ਦਾ ਕੰਮ ਕਰਨ ਵਾਲਾ ਸੱਜਣ ਜਿਹੜਾ ਸਾਡੇ ਪਿੰਡ ਵਿੱਚ ਕਰਦਾ, ਸਾਨੂੰ ਨਹੀਂ ਪਤਾ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤਦਾ ਤੇ ਕਿਵੇਂ ਮਿਹਨਤ ਕਰਦਾ। ਸਾਡਾ ਉਹਦੇ ਨਾਲ ਵਾਹ ਜਦੋਂ ਹੁੰਦਾ, ਇੱਕ ਦੂਜੇ ਦੇ ਕਿੱਤੇ ਨਾਲ ਆਪਣਾ ਵਾਹ ਪੈਂਦਾ ਹੀ ਹੈ ਨਾ। ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਦਾ, ਕਿਵੇਂ ਕਰਦਾ, ਉਹਦੀ ਵੀ ਉਦਾਹਰਣ ਸਤਿਗੁਰੂ ਨੇ ਬਾਣੀ 'ਚ ਵਰਤੀ। ਇੱਕ ਸੋਨੇ ਦਾ ਕੰਮ ਕਰਨ ਵਾਲਾ ਸੱਜਣ ਜਿਹੜਾ, ਉਹਦੀ ਦੁਕਾਨ 'ਚ ਕੀ ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਓ, ਉਹ ਸਾਰੀ ਪੌੜੀ ਜਿਹੜੀ ਉਹ ਸਾਡੇ ਸਾਹਮਣੇ। ਹੋਰ ਵੇਖੋ, ਭਗਤ ਰਵਿਦਾਸ ਸਾਹਿਬ ਜੀ ਚਮੜੇ ਦੀ ਕਿਰਤ ਕਰਦੇ ਸਨ। ਮਰੇ ਪਸ਼ੂ ਢੋਣੇ, ਚਮੜਾ ਲਾਉਣਾ, ਜੁੱਤੀਆਂ, ਹੋਰ ਚੀਜ਼ਾਂ ਜੋ ਵੀ ਨਿੱਕੀਆਂ ਮੋਟੀਆਂ ਬਣਾ ਕੇ ਵੇਚੀਆਂ, ਇੱਕ ਰੁਜ਼ਗਾਰ ਹੈ, ਕਿਰਤ ਹੈ।
ਹੁਣ ਉਹ ਜਿਹੜੀ ਕਿਰਤ ਉਹਨਾਂ ਨੇ ਉਹਦੀ ਉਦਾਹਰਨ ਵਰਤੀ, ਚਮਰਟਾ ਗਾਂਠ ਨਾ ਜਨਈ ਲੋਕ ਗਠਾਵੈ ਪਨਹੀ ਆਰ ਨਹੀਂ ਜੇ ਤੋ ਪਉ ਨਹੀਂ ਰਾਮਬੀ ਠਾਉ ਰੋਪਉ ਲੋਕ ਗੰਠ ਗੰਠ ਖਰਾ ਬਿਗੂਚਾ ਹੋਂ ਬਿਨ ਗਾਂਠੇ ਜਾਏ ਪਹੁੰਚਾ। ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾ। ਭਗਤ ਨਾਮਦੇਵ ਸਾਹਿਬ ਜੀ ਦਾ ਜਿਹੜਾ ਪਿਤਾ ਪੁਰਖੀ ਜਿਹੜਾ ਰੁਜ਼ਗਾਰ ਹੈ, ਜਿਹੜਾ ਕਿੱਤਾ ਹੈ, ਉਹ ਸੀ ਕੱਪੜੇ ਸੀਣੇ ਤੇ ਕੱਪੜੇ ਰੰਗਣੇ ਤੇ ਕੱਪੜੇ ਧੋਣੇ। ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਉਹਨਾਂ ਦਾ ਜਿਹੜੀ ਬਰਾਦਰੀ ਦੇ ਤੌਰ ਤੇ ਜੋ ਨਾਮ ਉਹਨਾਂ ਨੂੰ ਦਿੱਤਾ ਗਿਆ, ਉਹਨਾਂ ਨੇ ਖੁਦ ਵੀ ਆਪਣੀ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ, ਛੀਪਾ ਜਾਂ ਛੀਂਬਾ ਬਣਾ ਲਿਆ ਗਿਆ ਨਾ ਵੀ ਇਹ ਕੱਪੜਿਆਂ ਦਾ ਕੰਮ ਇਹੀ ਕਰਨਗੇ। ਕੱਪੜੇ ਸੀਣੇ ਵੀ ਹਨ, ਰੰਗਣੇ ਵੀ ਹਨ ਤੇ ਲੋਕਾਂ ਦੇ ਕੱਪੜੇ ਧੋਣੇ ਵੀ ਹਨ। ਤਾਂ ਉਹਦੇ ਵਿੱਚੋਂ ਜਿਹੜਾ ਹੁਨਰਮੰਦ ਹੋਏਗਾ ਉਹ ਕੱਪੜੇ ਸੀਏਗਾ, ਧੋਏਗਾ। ਦੂਜੇ ਜਿਹੜੇ ਨੇ ਉਹ ਲੋਕਾਂ ਦੇ ਉੱਚਿਆਂ ਘਰਾਂ ਦੇ ਕੱਪੜੇ ਇਕੱਠੇ ਕਰਕੇ ਨਦੀ ਦੇ ਘਾਟ ਤੇ ਧੋ ਕੇ ਲੈ ਕੇ ਆਉਣਗੇ। ਤੇ ਇਹ ਸਾਰਾ ਕੰਮ ਕੱਪੜੇ ਨਾਲ ਜੁੜਿਆ ਹੋਇਆ ਕੰਮ ਹੈ। ਤੋ ਜੋ ਉਹਨਾਂ ਦੀਆਂ ਉਦਾਹਰਨਾਂ ਨੇ ਉਹਨਾਂ ਨੇ ਦਿੱਤੀਆਂ, ਗੱਜ ਜਿਹੜਾ ਹੈ ਇੱਕ ਲੰਬੀ ਪੁਰਾਣੇ ਸਮਿਆਂ ਦੇ ਵਿੱਚ ਇਹਨੂੰ ਲੱਕੜ ਦਾ ਬਣਾ ਲਿਆ ਜਾਂਦਾ, ਮਿਹਨਤੀ ਕੱਪੜੇ ਦੀ ਮਿਹਨਤੀ ਕਰਨ ਵਾਲਾ। ਹੁਣ ਆਪਾਂ ਜਦੋਂ ਕੱਪੜਾ ਲੈਣ ਜਾਈਏ, ਖਾਸ ਤੌਰ ਤੇ ਅਸੀਂ ਆਪਣੇ ਸੱਭਿਆਚਾਰ ਬਾਜ਼ਾਰਾਂ ਦੇ ਵਿੱਚ ਜਦੋਂ ਜਾਂਦੇ ਹਾਂ ਤਾਂ ਉਹਨਾਂ ਕੋਲ ਲੋਹੇ ਦਾ ਇੱਕ ਗੱਜ ਹੁੰਦਾ ਕੱਪੜੇ ਨੂੰ ਮਿਲਣ ਵਾਸਤੇ, ਤੇ ਉਹ ਵਿੰਗਾ ਨਹੀਂ ਹੁੰਦਾ, ਬਿਲਕੁਲ ਸਿੱਧਾ ਤੇ ਸਾਫ਼ ਹੁੰਦਾ। ਜਦੋਂ ਭਗਤ ਨਾਮਦੇਵ ਸਾਹਿਬ ਕਹਿੰਦੇ ਮਨ ਮੇਰੋ ਗੱਜ ਦਾ ਮਤਲਬ ਹੁੰਦਾ ਕੱਪੜੇ ਦੀ ਮਿਹਨਤੀ ਕਰਨ ਵਾਲਾ ਸੰਦ, ਤੇ ਉਹ ਵਿੰਗਾ ਨਹੀਂ ਹੋ ਸਕਦਾ, ਟੇਢਾ ਨਹੀਂ ਹੋ ਸਕਦਾ, ਉਹ ਸਾਫ਼ ਸੁਥਰਾ ਹੁੰਦਾ ਹੈ। ਜਦੋਂ ਮਨ ਸਾਫ਼ ਹੋਵੇ ਤੇ ਬਿਲਕੁਲ ਸਿੱਧਾ ਹੋਵੇ, ਛਲ ਕਪਟ ਤੋਂ ਰਹਿਤ, ਤੇ ਮਨ ਗੱਜ ਵਰਗਾ। ਮਨ ਮੇਰੋ ਗੱਜ ਜੇਬਾ ਮੇਰੀ ਕਾਤੀ। ਜੇਬਾ ਮਤਲਬ ਜ਼ੁਬਾਨ, ਰਸਨਾ, ਜੀਭ। ਕਾਤੀ ਮਤਲਬ ਕੈਂਚੀ। ਹੁਣ ਗੱਜ ਨਾਲ ਕੱਪੜਾ ਮਿਲਣਾ ਤੇ ਕੈਂਚੀ ਨਾਲ ਕੱਟਣਾ, ਕੈਂਚੀ ਨਾਲ ਉਹਨੂੰ ਕੱਟਿਆ ਜਾਣਾ, ਫਿਰ ਉਹਨੂੰ ਸੀਣ ਵਾਸਤੇ ਸੂਈ ਚਾਹੀਦੀ ਹੈ ਤੇ ਧਾਗਾ ਚਾਹੀਦਾ। ਚਾਰੇ ਚੀਜ਼ਾਂ ਦਾ ਹੀ ਜ਼ਿਕਰ ਭਗਤ ਨਾਮਦੇਵ ਸਾਹਿਬ ਨੇ ਸ਼ਬਦ ਵਿੱਚ ਕੀਤਾ। ਸਾਫ਼ ਸੁਥਰਾ ਵਲ ਛਲ ਤੋਂ ਰਹਿਤ ਜਿਹੜਾ ਮਨ ਹੈ ਉਹ ਗੱਜ ਦੀ ਨਿਆਈ ਹੈ, ਤੇ ਜਿਹੜਾ ਮੇਰੀ ਜ਼ਬਾਨ ਹੈ ਉਹ ਕੈਂਚੀ ਦੀ ਨਿਆਈ ਹੈ। ਕੈਂਚੀ ਕੱਟਣ ਦਾ ਕੰਮ ਹੀ ਕਰਦੀ ਹੈ ਨਾ। ਜਿਹੜੀ ਜ਼ਬਾਨ ਦੇ ਬੋਲ ਭਰਮ ਦਾ ਨਾਸ਼ ਕਰਨ, ਝੂਠ ਅੰਧਕਾਰ ਦਾ ਨਾਸ਼ ਕਰਨ, ਸਾਦੇ ਸਾਫ਼ ਤੇ ਸਪਸ਼ਟ ਹੋਣ, ਉਹ ਜ਼ਬਾਨ ਜਿਹੜੀ ਹੈ ਉਹ ਕੈਂਚੀ ਵਰਗੀ। ਆਮ ਤੌਰ ਤੇ ਵੀ ਅਸੀਂ ਬਹੁਤਾ ਬੋਲਣ ਵਾਲੇ ਨੂੰ ਕਹਿੰਦੇ ਇਹਦੀ ਜ਼ਬਾਨ ਕੈਂਚੀ ਵਾਂਗ ਚੱਲਦੀ ਹੈ, ਆਪਾਂ ਇਸ ਤਰ੍ਹਾਂ ਉਦਾਹਰਨ ਵਰਤਦੇ ਹਾਂ। ਪਰ ਇੱਥੇ ਭਗਤ ਨਾਮਦੇਵ ਸਾਹਿਬ ਨੇ ਕਿਹਾ ਜਿਹੜੀ ਭਰਮ ਦਾ ਖੰਡਨ ਕਰਦੀ ਹੈ, ਜਿਹੜੀ ਜ਼ਬਾਨ ਅਗਿਆਨਤਾ ਦਾ ਖੰਡਨ ਕਰਨ ਵਾਲੇ ਸੁਚੱਜੇ ਸਾਫ਼ ਤੇ ਸਾਦੇ ਤੇ ਸਪਸ਼ਟ ਬੋਲ ਬੋਲਦੀ ਹੈ, ਭਾਵ ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਬੋਲਦੀ ਹੈ, ਰੱਬ ਦਾ ਨਾਮ ਜਪਦੀ ਹੈ, ਉਹ ਕੈਂਚੀ ਹੈ। ਮੱਪ ਮਿਣਤੀ ਕਰ ਕਰਕੇ, ਮਿਣ ਕੇ ਕਾਟੋਂ ਜਮ ਕੀ ਫਾਸੀ। ਜਿਉਂ ਮੈਂ ਆਪਣੇ ਮਨ ਨੂੰ ਗੱਜ ਵਾਂਗ ਸਿੱਧਾ ਕਰਦਾ ਤੇ ਜ਼ਬਾਨ ਨੂੰ ਕੈਂਚੀ ਵਾਂਗ ਚਲਾਉਣਾ, ਕਹਿੰਦੇ ਨੇ ਮੈਂ ਮੱਪ ਮਿਣ ਕੇ ਜਮਾਂ ਦੀ ਫਾਹੀ ਕੱਟ ਲੈਣਾ। ਜਮਾਂ ਦੀ ਫਾਹੀ ਯਾਨੀ ਆਤਮਕ ਮੌਤ ਦਾ ਪ੍ਰਭਾਵ ਮੈਂ ਆਪਣੇ ਅੰਦਰੋਂ ਖਤਮ ਕਰ ਲੈਣਾ। ਤਿਉਂ ਮੇਰੇ ਅੰਦਰ ਇੱਕ ਨਵੇਂ ਜੀਵਨ ਦਾ ਭਾਵ ਪੈਦਾ ਹੁੰਦਾ। ਜਦੋਂ ਮੇਰੇ ਅੰਦਰ ਛਲ ਨਾ ਰਿਹਾ, ਕਪਟ ਨਾ ਰਿਹਾ, ਮਨ 'ਚ ਕੋਈ ਵਿੰਗ ਵਲ ਨਾ ਰਿਹਾ। ਇੱਕ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਦਾ ਭਾਵ ਹੈ ਦੰਡਵਤ ਪ੍ਰਣਾਮ। ਕਈ ਸੱਜਣ ਐਸਾ ਕਰਦੇ, ਤੁਸੀਂ ਵੇਖਿਆ ਹੋਵੇਗਾ, ਬਿਲਕੁਲ ਸਿੱਧੇ ਸਪਾਟ ਲੇਟ ਕੇ, ਬਾਹਾਂ ਹੱਥਵੇਂ ਅੱਗੇ ਨੂੰ ਕਰਕੇ, ਪੁੱਠੇ ਲੇਟ ਕੇ ਉਹ ਮੱਥਾ ਟੇਕਦੇ, ਉਹਨੂੰ ਕਿਹਾ ਜਾਂਦਾ ਦੰਡਵਤ, ਸਿੱਧੇ ਹੋ ਕੇ ਪ੍ਰਣਾਮ ਕਰਨਾ। ਤੇ ਇੱਥੇ ਭਾਵ ਇਹ ਨਹੀਂ ਹੈ ਕਿ ਇਹ ਇਸ ਤਰ੍ਹਾਂ ਮੱਥਾ ਟੇਕਣ ਦਾ ਪੁੰਨ ਹੈ ਕਿ ਉਸ ਤਰ੍ਹਾਂ, ਇਹ ਵੀ ਸਾਡੇ ਅੰਦਰ ਭਰਮ ਪੈਦਾ ਹੋ ਜਾਂਦੇ ਨਾ। ਇਹ ਤਾਂ ਇੱਕ ਤਹਿਜ਼ੀਬ ਹੈ, ਧਿਆਨ 'ਚ ਰੱਖਣਾ। ਇੱਕ ਤਹਿਜ਼ੀਬ ਹੈ, ਇੱਕ ਕਲਚਰ ਹੈ। ਕੋਈ ਕਿਸੇ ਨੂੰ ਕਿਸ ਤਰ੍ਹਾਂ ਸਤਿਕਾਰ ਦਿੰਦਾ, ਕੋਈ ਕਿਸੇ ਨੂੰ ਕਿਸ ਤਰ੍ਹਾਂ ਦਿੰਦਾ। ਸਾਡੀ ਤਹਿਜ਼ੀਬ ਜਿਹੜੀ ਆ ਉਹ ਮੋਸਟਲੀ ਇਸ ਤਰ੍ਹਾਂ ਅਸੀਂ ਜਿਵੇਂ ਆਮ ਮੱਥਾ ਟੇਕਦੇ ਹਾਂ ਧੌਣ ਝੁਕਾ ਕੇ, ਇਵੇਂ ਹੈ।
ਪਰ ਇਹਦੇ 'ਚ ਇਹ ਨਹੀਂ ਵੀ ਕਿਸੇ ਨੂੰ ਪੁੰਨ ਵੱਧ ਕਿਵੇਂ ਲੱਗਦਾ, ਘੱਟ ਕਿਵੇਂ ਲੱਗਦਾ। ਜੇ ਅੰਦਰ ਕਪਟ ਹੈ ਤੇ ਕੋਈ ਪੁੰਨ ਨਹੀਂ, ਭਾਵੇਂ ਤੁਸੀਂ ਡੰਡੇ ਵਾਂਗ ਸਿੱਧੇ ਲੰਮੇ ਪੈ ਕੇ ਤੇ ਭਾਵੇਂ ਤੁਸੀਂ ਕਈ ਕਿਲੋਮੀਟਰਾਂ ਤੋਂ ਲੇਟ ਕੇ ਤੁਰੇ ਆਓ, ਕੋਈ ਫਰਕ ਨਹੀਂ ਪੈਂਦਾ। ਜਿਸ ਨੂੰ ਹਜ਼ੂਰ ਕਹਿੰਦੇ ਨੇ ਸੀਸ ਨਿਵਾਇਆ ਕਿਆ ਥੀਆ ਜਾ ਹਿਰਦੇ ਕੁਛ ਸ਼ੁੱਧੇ ਜਾਏ। ਸਿਰ ਝੁਕਾਉਣ ਦੇ ਕੁਝ ਭਾਵ ਹੁੰਦੇ ਨੇ, ਕਿਤੇ ਫਿਰ ਵਿਚਾਰ ਕਰਾਂਗੇ, ਪਰ ਸੰਖੇਪ 'ਚ ਕਹਿ ਦਿਆਂ, ਹੇ ਸਤਿਗੁਰੂ ਮੈਂ ਤੇਰੀ ਵਡਿਆਈ ਨੂੰ ਪ੍ਰਵਾਨ ਕਰਦਾ ਹਾਂ, ਤੇਰੇ ਹੁਕਮ ਦਾ ਪਾਬੰਦ ਹਾਂ, ਤੈਨੂੰ ਸਮਰਪਿਤ ਹਾਂ। ਆਪਣੀ ਹੋਛੀ ਮੱਤ ਤੇ ਹਉਮੈ ਛੱਡ ਕੇ ਤੇਰੇ ਉਪਦੇਸ਼ ਨੂੰ ਗ੍ਰਹਿਣ ਕਰਨ ਵਾਸਤੇ, ਅਸੈਪਟ ਕਰਨ ਵਾਸਤੇ ਤੇਰੇ ਅੱਗੇ ਹਾਜ਼ਰ ਹਾਂ। ਸਮਰਪਣ ਭਾਵ ਦਾ ਪ੍ਰਤੀਕ ਹੈ ਸਾਡੇ ਅੰਦਰ ਸਿਰ ਝੁਕਾਉਣਾ, ਨਮਸਕਾਰ ਕਰਨਾ, ਮੱਥਾ ਟੇਕਣਾ। ਖੈਰ ਤੋ ਉੱਥੇ ਭਾਵ ਕੀ ਹੈ ਵੀ ਮੇਰੇ ਅੰਦਰ ਕਪਟ ਨਹੀਂ, ਛਲ ਨਹੀਂ। ਡੰਡਵਤ ਦਾ ਭਾਵ ਇਹੀ ਹੈ, ਡੰਡੇ ਵਾਂਗ ਸਿੱਧੇ ਹੋ ਜਾਣਾ। ਅੰਦਰ ਕਪਟ, ਵਿੰਗ, ਵਾਲ, ਛਲ ਬਿਲਕੁਲ ਨਹੀਂ ਰੱਖਣਾ। ਤੋ ਉਸ ਨੂੰ ਕਿਹਾ ਮੱਪ ਮੱਪ ਕਾਟੋਂ ਜਮ ਕੀ ਫਾਸੀ। ਫਿਰ ਅੱਗੇ ਫਰਮਾਉਂਦੇ ਹਨ, ਰਾਂਗਨ ਰਾਂਗੋਂ ਸੀਵਨ ਸੀਵੋਂ। ਰਾਂਗਨ ਦਾ ਮਤਲਬ ਹੁੰਦਾ ਹੈ ਵੱਡਾ ਸਾਰੀ ਇੱਕ ਮੱਟੀ ਹੁੰਦੀ, ਜਿਹਨੂੰ ਮੱਟ ਵੀ ਕਹਿੰਦੇ ਨੇ, ਮਿੱਟੀ ਦਾ ਭਾਂਡਾ, ਉਹਦੇ ਵਿੱਚ ਰੰਗ ਘੋਲ ਕੇ ਉਹਦੇ ਵਿੱਚ ਕੱਪੜੇ ਨੂੰ ਰੰਗਿਆ ਜਾਂਦਾ। ਉਹਨੂੰ ਕਹਿੰਦੇ ਨੇ ਭਗਤ ਨਾਮਦੇਵ ਸਾਹਿਬ ਵੀ ਮੇਰਾ ਸਰੀਰ ਹੀ ਮੈਂ ਮਿੱਟੀ ਦੀ ਉਹ ਮੱਟੀ ਬਣਾ ਲਿਆ, ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਰੰਗਦਾ ਰਹਿਣਾ ਹਾਂ। ਭਾਵ ਮੈਨੂੰ ਆਪਣਾ ਜੀਵਨ, ਆਪਣਾ ਵਜੂਦ ਪਰਮੇਸ਼ਰ ਦੇ ਨਾਮ ਵਿੱਚ ਰੰਗਣ ਵਾਸਤੇ, ਸੱਚ ਵਿੱਚ ਰੰਗਣ ਵਾਸਤੇ ਕਿਸੇ ਬਾਹਰੀ ਕਰਮਕਾਂਡ ਦਾ ਸਹਾਰਾ ਨਹੀਂ ਲੈਣਾ ਪੈਂਦਾ। ਮੈਂ ਆਪਣੇ ਵਜੂਦ ਵਿੱਚੋਂ ਜਦੋਂ ਪਰਮੇਸ਼ਰ ਨੂੰ ਤਲਾਸ਼ਦਾ ਤਾਂ ਮੈਨੂੰ ਉਹ ਖਰਾ, ਸੱਚਾ ਤੇ ਮਜ਼ਬੂਤ ਮਜੀਠ ਦਾ ਰੰਗ ਲੱਭ ਜਾਂਦਾ ਹੈ, ਜਿਸ ਵਿੱਚ ਮੈਂ ਆਪਣੇ ਆਪ ਨੂੰ ਰੰਗਦਾ ਰਹਿਣਾ। ਯਾਨੀ ਕਿ ਮੈਂ ਦਿਲੀ ਪ੍ਰੇਮ ਕਰਕੇ ਹੀ ਆਪਣੇ ਆਪ ਨੂੰ ਇੰਨਾ ਪਰਮੇਸ਼ਰ ਦੇ ਨੇੜੇ ਕਰ ਲਿਆ ਵੀ ਇਹ ਰੰਗ ਹੁਣ ਮੇਰੇ ਤੋਂ ਉਤਰ ਨਹੀਂ ਸਕਦਾ। ਸੀਵਨ ਸੀਵੋਂ, ਮੈਂ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਜੋੜੀ ਰੱਖਦਾ। ਸੀਨਾ ਕੀ ਹੁੰਦਾ? ਕੱਪੜੇ ਦੇ ਦੋ ਹਿੱਸਿਆਂ ਨੂੰ ਇਕੱਠਿਆਂ ਜੋੜ ਦੇਣਾ, ਜਿਹੜੇ ਅੱਡ ਅੱਡ ਨੇ ਉਹਨੂੰ ਜੋੜਨਾ, ਉਹਨੂੰ ਸੀਨਾ ਕਹਿੰਦੇ ਨਾ ਆਪਾਂ। ਸਿਉਣ ਮਾਰ ਦੇਣੀ, ਸੀ ਦੇਣਾ, ਇਕੱਠਿਆਂ ਕਰ ਦੇਣਾ, ਜੁਆਇੰਟ ਕਰ ਦੇਣਾ। ਮੈਂ ਆਪਣੇ ਟੁੱਟੇ ਤੇ ਬਿਖਰੀ ਹੋਈ ਬਿਰਤੀ ਨੂੰ ਜੋੜਦਾ ਹਾਂ, ਇਕੱਠਿਆਂ ਕਰਦਾ ਹਾਂ, ਜਿਹਨੂੰ ਇਕਾਗਰਤਾ, ਸਾਵਧਾਨਤਾ ਕਿਹਾ ਜਾਂਦਾ। ਫਿਰ ਅੱਗੇ ਆਖਦੇ ਹਨ, ਰਾਮ ਨਾਮ ਬਿਨ ਘਰੀ ਨਾ ਜੀਵਾਂ। ਤੇ ਹੁਣ ਮੈਂ ਇਸ ਅਭਿਆਸ ਵਿੱਚੋਂ ਆਪਣੇ ਆਪ ਨੂੰ ਇੰਨਾ ਤਿਆਰ ਕਰ ਲਿਆ ਕਿ ਇੱਕ ਘੜੀ ਵੀ, ਭਾਵ ਥੋੜਾ ਜਿਹਾ ਸਮਾਂ ਵੀ, ਸਰਵ ਵਿਆਪਕ ਪਰਮੇਸ਼ਰ ਦੇ ਅਹਿਸਾਸ ਤੋਂ ਬਿਨਾਂ ਮੈਨੂੰ ਔਖਾ ਲੱਗਦਾ ਵੀ ਇਹ ਕਿਹੋ ਜਿਹੀ ਜ਼ਿੰਦਗੀ ਹੋਈ ਜਿੱਥੇ ਪਰਮੇਸ਼ਰ ਦੇ ਹੋਣ ਦਾ ਅਹਿਸਾਸ ਹੀ ਨਹੀਂ। ਉੱਥੇ ਕੀ ਹੋਏਗਾ ਫਿਰ? ਨਫ਼ਰਤ, ਦਵੈਸ਼, ਭੇਦਭਾਵ, ਉਹੀ ਚੀਜ਼ਾਂ ਜਿਨ੍ਹਾਂ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ, ਵੀ ਉਹ ਜੀਵਨ ਤਾਂ ਮੈਨੂੰ ਦੁੱਬਰ, ਔਖਾ ਤੇ ਕਠਨ ਲੱਗਦਾ। ਫਿਰ ਫਰਮਾਉਂਦੇ ਹਨ, ਭਗਤ ਕਰੋ ਹਰ ਕੇ ਗੁਣ ਗਾਵੋ, ਆਠ ਪਹਿਰ ਆਪਣਾ ਖਸਮ ਧਿਆਓ। ਭਗਤ ਕਰੋ, ਭਗਤੀ ਕਰਦਾ ਹਾਂ। ਭਗਤੀ ਮਾਰਗ ਦਾ ਇੱਕ ਅਭਿਆਸ ਹੈ। ਹੁਣ ਜਿਵੇਂ ਅਸੀਂ ਗੁਰੂ ਸਾਹਿਬ ਨੂੰ ਪੁੱਛਾਂਗੇ ਵੀ ਭਗਤੀ, ਨਾਮਦੇਵ ਸਾਹਿਬ ਨੂੰ ਪੁੱਛਾਂਗੇ ਭਗਤੀ ਕੀ ਹੈ, ਤਾਂ ਉਹ ਕਹਿਣਗੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਫਿਰ ਉਹਨਾਂ ਨੇ ਜੋ ਬਾਣੀ ਵਿੱਚ ਹੋਰ ਵੀ ਜੋ ਉਦਾਹਰਨਾਂ, ਉਪਦੇਸ਼ ਬਖਸ਼ੇ ਨੇ, ਉਹ ਭਗਤੀ ਦਾ ਹਿੱਸਾ। ਯਾਨੀ ਕਿ ਇੱਕ ਅਭਿਆਸ, ਕਿਹੋ ਜਿਹਾ ਅਭਿਆਸ ਉਹਨਾਂ ਦੀ ਬਾਣੀ ਚੋਂ ਸਾਨੂੰ ਪਤਾ ਲੱਗੇਗਾ। ਭਗਤ ਕਰੋ, ਉਹਨਾਂ ਰੱਬੀ ਆਤਮਕ ਗੁਣਾਂ ਨੂੰ ਜੀਵਨ ਵਿੱਚ ਵਸਾ ਕੇ, ਅਭਿਆਸ ਕਰਕੇ, ਲਗਾਤਾਰ ਉਹਨਾਂ ਅਸੂਲਾਂ ਤੇ ਦ੍ਰਿੜ ਰਹਿ ਕੇ, ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਇਨਵੋਲਵ ਕਰਕੇ, ਰੱਬੀ ਗੁਣਾਂ ਨੂੰ ਆਪਣੇ ਜੀਵਨ 'ਚ ਆਬਜ਼ਰਵ ਕਰਕੇ, ਉਹ ਜਿਹੜਾ ਪ੍ਰੋਸੈਸ ਹੈ ਲਗਾਤਾਰ, ਜਿਹੜਾ ਉਹਨਾਂ ਨੇ ਆਪਣੀ ਬਾਣੀ, ਉਹ ਭਗਤੀ ਹੈ। ਚੇਤੇ ਵਿੱਚ ਉਹ ਭਗਤੀ ਹੈ। ਭਗਤ ਕਰੋ ਹਰ ਕੇ ਗੁਣ ਗਾਵੋ, ਸਦਾ ਪਰਮੇਸ਼ਰ ਦੇ ਗੁਣ ਗਾਉਂਦਾ ਹਾਂ, ਗੁਣਾਂ ਨਾਲ ਇੱਕ ਸੁਰ ਹੁੰਦਾ ਹਾਂ। ਇਸ ਅਭਿਆਸ ਵਿੱਚ ਪੈ ਕੇ ਮੈਂ ਭਗਤੀ ਕਰਦਾ। ਆਠ ਪਹਿਰ, ਅੱਠੇ ਪਹਿਰ ਕੰਟੀਨਿਊ, ਲਗਾਤਾਰ। ਆਪਣਾ ਖਸਮ ਧਿਆਵੋ, ਮੈਂ ਉਸ ਮਾਲਕ ਨੂੰ ਯਾਦ ਕਰਦਾ। ਉਹ ਪਹਿਲਾਂ ਤਾਂ ਉਹਨੂੰ ਮਾਲਕ ਮੰਨਦਾ ਵੀ ਉਹ ਰੱਬ ਮੇਰਾ, ਪਰਮੇਸ਼ਰ ਮੇਰਾ ਮਾਲਕ ਹੈ, ਜਿਹਦੀ ਮੈਂ ਮਲਕੀਅਤ। ਮਾਲਕ ਦਾ ਮਤਲਬ ਹੁੰਦਾ ਹੈ ਜਿਹਦੇ ਕੋਲ ਕਿਸੇ ਚੀਜ਼ ਦੀ ਮਲਕੀਅਤ ਹੋ।
ਜਦੋਂ ਮੈਂ ਸਮਝ ਲਿਆ ਹੇ ਵਾਹਿਗੁਰੂ ਤੂੰ ਮੇਰਾ ਮਾਲਕ ਹੈ, ਇਹਦਾ ਮਤਲਬ ਮੈਂ ਉਹਦੀ ਪ੍ਰਾਪਰਟੀ ਹੋਇਆ, ਉਹਦਾ ਮੇਰੇ ਤੇ ਅਧਿਕਾਰ ਹੈ, ਹੱਕ ਹੈ, ਮੇਰਾ ਵਜੂਦ ਉਸ ਦਾ ਹੈ, ਉਹਦੇ 'ਚ ਸਮਰਪਣ ਭਾਵ ਹੈ ਵੀ ਮੇਰਾ ਇਹ ਵਜੂਦ ਹੈ ਵਾਹਿਗੁਰੂ ਤੇਰਾ ਦਿੱਤਾ ਹੋਇਆ। ਤੋ ਸਮਰਪਣ ਭਾਵ ਜਿਹੜਾ ਹੈ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਉਸ ਪਰਮੇਸ਼ਰ ਦੀ ਮਖਲੂਕ ਤੇ ਰਿਆਇਆ ਮੰਨਦਾ ਤੇ ਆਪਣੇ ਆਪ ਨੂੰ ਉਹਦੀ ਪਰਜਾ ਮੰਨ ਕੇ ਚੱਲਦਾ, ਆਪਣੇ ਆਪ ਨੂੰ ਉਹਦੀ ਬਖਸ਼ਿਸ਼ ਮੰਨ ਕੇ ਚੱਲਦਾ। ਫਿਰ ਈਗੋ ਕੋਈ ਨਹੀਂ, ਹਉਮੈ ਕੋਈ ਨਹੀਂ, ਅਹੰਕਾਰ ਕੋਈ ਨਹੀਂ। ਤੋ ਆਖਦੇ ਹਨ ਸੋਇਨੇ ਕੀ ਸੂਈ ਰੁਪਏ ਕਾ ਧਾਗਾ। ਅੱਗੇ ਸ਼ਬਦ ਕਹੇਗਾ ਦੂਧ ਕਟੋਰੇ ਗੜਵੈ ਪਾਣੀ, ਕਪਲ ਗਾਏ ਨਾਮੈ ਦੋ ਆਨੀ। ਉੱਥੇ ਜਾ ਕੇ ਵੀ ਆਪਾਂ ਵਿਚਾਰਾਂਗੇ ਜੋ ਇੱਥੇ ਭਾਵ ਹੈ ਵੀ ਅਸੀਂ ਕੇਵਲ ਲਫ਼ਜ਼ੀ ਬਣਤਰ, ਇਹਨੂੰ ਕਹਿੰਦੇ ਹਾਂ ਸ਼ਾਬਦਕ ਜੋ ਸ਼ਬਦ ਹੈ। ਹੁਣ ਸੋਨੇ ਕੀ ਸੂਈ ਰੁਪਏ ਕਾ ਧਾਗਾ, ਸੋਨੇ ਦੀ ਮੇਰੇ ਕੋਲ ਸੂਈ ਹੈ ਤੇ ਚਾਂਦੀ, ਰੂਪਾ ਚਾਂਦੀ ਨੂੰ ਕਹਿੰਦੇ ਹਨ, ਚਾਂਦੀ ਦਾ ਮੇਰੇ ਕੋਲ ਧਾਗਾ ਹੈ। ਆਪਾਂ ਕਿੰਨੇ ਦਰਜੀ ਵੇਖੇ ਨੇ ਜਿਨ੍ਹਾਂ ਕੋਲ ਸੋਨੇ ਦੀਆਂ ਸੂਈਆਂ ਹੋਣ ਤੇ ਚਾਂਦੀ ਨਾਲ ਕਢਾਈ ਕਰਦੇ ਹੋਣ, ਕਿੰਨੇ। ਤੇ ਇਸ ਤਰ੍ਹਾਂ ਕੌਣ ਕੱਪੜੇ ਸੀਂਦਾ? ਸੋਨੇ ਦੀ ਸੂਈ ਨਾਲ ਤੇ ਚਾਂਦੀ ਦੇ ਧਾਗੇ ਨਾਲ। ਇਸ ਤਰ੍ਹਾਂ ਹੀ ਉੱਥੇ ਜਾ ਕੇ ਵੀ ਆਪਾਂ ਭਾਵ ਸਮਝਾਂਗੇ। ਤੋ ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਸੋਇਨ ਕਟੋਰੀ ਅੰਮ੍ਰਿਤ ਭਰੀ। ਭਗਤ ਨਾਮਦੇਵ ਸਾਹਿਬ ਇੱਕ ਥਾਂ ਕਹਿੰਦੇ ਨੇ ਵੀ ਸੋਨੇ ਦੀ ਕਟੋਰੀ ਮੈਂ ਅੰਮ੍ਰਿਤ ਨਾਲ ਭਰ ਲਈ। ਸੋਨੇ ਦੀ ਕਟੋਰੀ। ਬੜੀ ਗਰੀਬੀ ਤੇ ਗੁਰਬਤ ਵਿੱਚ ਜੀਣ ਵਾਲੇ ਮਹਾਂਪੁਰਖ ਜਿਹੜੇ ਨੇ ਉਹ ਸੋਨੇ ਦੀਆਂ ਕਟੋਰੀਆਂ 'ਚ ਰੱਬ ਨੂੰ ਤੇ ਖਵਾਈ ਜਾ ਰਹੇ ਨੇ ਤੇ ਆਪ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਕੋਈ ਮੰਦਿਰ 'ਚ ਨਹੀਂ ਵੜਨ ਦਿੰਦਾ। ਤਾਂ ਉੱਥੇ ਵਿਚਾਰਾਂਗੇ ਉਸ ਸ਼ਬਦ ਦਾ ਭਾਵ। ਖੈਰ ਇੱਥੇ ਕੀ ਹੈ? ਸੋਇਨੇ ਕੀ ਸੂਈ, ਸੋਨਾ ਭਾਵ ਕੀਮਤੀ। ਜਿਵੇਂ ਆਪਾਂ ਸੋਨੇ 'ਚ ਵੀ ਵੰਨਗੀਆਂ ਵੇਖਦੇ ਆ ਨਾ ਵੀ 22 ਕੈਰਟ ਹੈ, 24 ਕੈਰਟ ਸ਼ੁੱਧ ਸੋਨਾ ਹੈ, ਸ਼ੁੱਧ ਖਾਲਸ ਤੇ ਕੀਮਤੀ। ਅੱਜ ਵੀ ਜਿਹੜੀ ਇਕੋਨਮੀ ਹੈ ਤਕਰੀਬਨ ਉਹ ਸੋਨੇ ਵਰਗੀਆਂ ਚੀਜ਼ਾਂ ਦੇ ਨਾਲ ਹੀ ਆਪਾਂ ਵੇਖਦੇ ਹਾਂ ਵੀ ਮੈਚ ਹੈ, ਜੁੜੀ ਹੋਈ ਹੈ। ਤੋ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਮਨੁੱਖ ਇਹ ਵੀ ਵੇਖਦਾ ਵੀ ਆਰਥਿਕ ਸਥਿਤੀ ਵਿੱਚ ਕਿਹੜੇ ਪਦਾਰਥ ਦੀ ਕਿਹੜੀ ਥਾਂ ਉੱਚੀ ਹੈ। ਤਾਂ ਅਸੀਂ ਕਿਸੇ ਹੋਰ ਚੀਜ਼ ਦੇ ਰੇਟ ਬਹੁਤ ਘੱਟ ਪੁੱਛਾਂਗੇ, ਸੋਨੇ ਦਾ ਰੇਟ ਕੀ ਹੈ ਉਹਦੇ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਵੀ ਇਕੋਨਮੀ ਕਿੱਥੇ ਕੁ ਜਾ ਕੇ ਸਟੇਬਲ ਕਰਦੀ ਹੈ, ਕਿੱਥੇ ਕੁ ਜਾ ਕੇ ਖਲੋਂਦੀ ਹੈ, ਆਰਥਿਕ ਸਥਿਤੀ ਕਿਸ ਤਰ੍ਹਾਂ ਦੀ ਹੈ ਕਿਸੇ ਜਗ੍ਹਾ ਦੀ। ਤਾਂ ਇੱਥੇ ਜਿਹੜੀ ਚੀਜ਼ ਹੈ ਸੋਇਨੇ ਕੀ ਸੂਈ ਭਾਵ ਕੀਮਤੀ ਅਤੇ ਸ਼ੁੱਧ, ਅਮੋਲਕ ਅਤੇ ਸ਼ੁੱਧ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਸੋਨੇ ਦੀ ਸੂਈ ਹੈ। ਜੇ ਕੈਂਚੀ ਵੱਢਣ ਦਾ ਕੰਮ ਕਰਦੀ ਹੈ ਨਾ, ਕੱਟਣ ਦਾ ਕੰਮ, ਤੇ ਸੂਈ ਜਿਹੜੀ ਉਹ ਸਿਉਣ ਦਾ ਕੰਮ ਕਰਦੀ। ਦੋ ਕੱਪੜਿਆਂ ਨੂੰ ਆਪਸ ਵਿੱਚ ਜੋੜ ਦੇ। ਰੁਪਏ ਕਾ ਧਾਗਾ, ਸ਼ੁੱਧ ਤੇ ਕੀਮਤੀ ਧਾਗਾ ਭਾਵ ਮੇਰੀ ਸੁਰਤ। ਗੁਰੂ ਦਾ ਸ਼ਬਦ ਰੂਪ ਕੀਮਤੀ ਸੋਨੇ ਦੀ ਸੂਈ ਵਰਗਾ ਕੀਮਤੀ ਸ਼ੁੱਧ ਅਤੇ ਮਹਿੰਗਾ ਮੇਰੇ ਕੋਲ ਸੂਈ ਹੈ ਤੇ ਸ਼ੁੱਧ ਖਾਲਸ ਜਿਹੜੀ ਸੁਰਤ ਹੈ, ਸਾਫ ਸੁਰਤ, ਸਮਰਪਣ ਭਾਵ ਦੀ ਸੁਰਤ। ਕਿਉਂਕਿ ਧਾਗੇ ਨੇ ਸੂਈ ਦੇ ਮਗਰ ਚੱਲਣਾ ਹੁੰਦਾ, ਅੱਗੇ ਨਹੀਂ ਚੱਲਣਾ ਹੁੰਦਾ ਕਦੇ। ਤੁਸੀਂ ਜਦੋਂ ਧਾਗਾ ਸੂਈ ਦੇ ਵਿੱਚ ਪਾ ਲਿਆ ਤੇ ਦਿਸ਼ਾ ਜਿਹੜੀ ਉਹ ਸੂਈ ਨੇ ਤੈਅ ਕਰਨੀ ਹੈ, ਧਾਗੇ ਨੇ ਤੈਅ ਨਹੀਂ ਕਰਨੀ। ਧਾਗਾ ਤਾਂ ਉਹਦਾ ਪਿਛਲੱਗ ਹੈ, ਸੁਰਤ ਦੀ ਦਿਸ਼ਾ ਸ਼ਬਦ ਨੇ ਤੈਅ ਕਰਨੀ ਹੈ। ਗੁਰੂ ਦਾ ਸ਼ਬਦ ਜਿਹੜਾ ਹੈ ਉਹ ਸਿੱਖ ਦੀ ਸੁਰਤ ਦੀ ਦਿਸ਼ਾ ਤੈਅ ਕਰੇਗਾ, ਜਿਸ ਨੂੰ ਭਗਤ ਕਬੀਰ ਸਾਹਿਬ ਆਪਣੀ ਬਾਣੀ 'ਚ ਕਹਿੰਦੇ ਨੇ ਸਾਧ ਮਿਲੈ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ ਦੁਹੂ ਮਿਲ ਕਾਰਜ ਉਪਜੈ। ਦੋ ਚੀਜ਼ਾਂ ਕਿਹੜੀਆਂ ਨੇ? ਗੁਰੂ ਦਾ ਸ਼ਬਦ, ਸਿੱਖ ਦੀ ਸੁਰਤ। ਇਸ ਨੂੰ ਗੁਰੂ ਨਾਨਕ ਸਾਹਿਬ ਆਪਣੀ ਸਿੱਧ ਗੋਸ਼ਟ ਦੀ ਮੁਬਾਰਕ ਬਾਣੀ 'ਚ ਕਹਿੰਦੇ ਹਨ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਇੱਥੇ ਭਾਵ ਹੈ ਖਾਲਸ, ਸ਼ੁੱਧ, ਕੀਮਤੀ, ਅਮੋਲਕ ਗੁਰੂ ਦਾ ਸ਼ਬਦ, ਗੁਰ ਕਾ ਸ਼ਬਦ ਰਤਨ ਹੈ। ਤੇ ਉਸ ਸ਼ਬਦ ਦੇ ਪਿੱਛੇ ਲੱਗਣ ਵਾਲੀ ਜਿਹੜੀ ਮੇਰੀ ਸੁਰਤ ਹੈ, ਸਮਝੋ ਵੀ ਉਹ ਚਾਂਦੀ ਦੇ ਧਾਗੇ ਵਰਗੀ ਭਾਵ ਕੀਮਤੀ ਹੋ ਗਈ ਹੈ। ਤੇ ਇਵੇਂ ਕੀ ਹੋਇਆ? ਜਦੋਂ ਸ਼ਬਦ ਤੇ ਸੁਰਤ ਦਾ ਮਿਲਾਪ, ਜਦੋਂ ਸੁਰਤ ਸ਼ਬਦ ਦੇ ਪਿੱਛੇ ਤੁਰੀ ਤੇ ਹੋਇਆ ਕੀ? ਨਾਮੇ ਕਾ ਚਿੱਤ ਹਰਸਿਉ ਲੱਗਾ।
ਨਾਮੇ ਦਾ ਚਿੰਤਨ, ਪਰਮੇਸ਼ਰ ਦੀ ਯਾਦ, ਰੱਬੀ ਗੁਣਾਂ ਵਾਲਾ ਹੋ ਗਿਆ। ਮੇਰੇ ਖਿਆਲਾਂ ਤੇ ਮੇਰੀ ਸੁਰਤ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਦਾ ਅਹਿਸਾਸ ਸਦੀਵ ਕਾਲ ਟਿਕ ਗਿਆ। ਗਰੀਬ ਨਵਾਜ਼ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।